ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਆਪਣੇ ਛੋਟੇ ਜਿਹੇ ਘਰ ਦੇ ਬਾਹਰ ਲੋਹੇ ਦੇ ਗੇਟ ਨਾਲ ਲੱਗ ਕੇ ਖੜੀ 62 ਸਾਲ ਦੀ ਮਮਤਾ ਦੇਵੀ ਦੀਆਂ ਅੱਖਾਂ ਬੇਚੈਨੀ ਨਾਲ ਲਗਾਤਾਰ ਸੜਕ ਵੱਲ ਦੇਖ ਰਹੀਆਂ ਸਨ। ਅੱਖਾਂ 'ਚ ਬੇਵਸੀ ਤੇ ਹੱਥਾਂ 'ਚ 2 ਚਾਕਲੇਟ ਲੈ ਕੇ ਬੇਸਬਰੀ ਨਾਲ ਕਿਸੇ ਦੇ ਆਉਣ ਦੀ ਉਡੀਕ ਕਰ ਰਹੀ ਸੀ। ਐਨੇ 'ਚ ਇੱਕ ਆਟੋ ਰਿਕਸ਼ਾ ਕੋਲੋਂ ਲੰਘ ਰਿਹਾ ਸੀ। ਮਮਤਾ ਜੀ ਉਸ਼ਾਹ ਨਾਲ ਗੇਟ ਦਾ ਸਹਾਰਾ ਛੱਡ ਕੇ ਜਿਵੇਂ ਹੀ ਅੱਗੇ ਵਧਣ ਲੱਗੀ ਤਾਂ ਆਟੋ ਰਿਕਸ਼ਾ ਤੇਜ਼ੀ ਨਾਲ ਅੱਗੇ ਨਿਕਲ ਗਿਆ। ਉਹ ਵਿਚਾਰੀ ਨਿਰਾਸ਼ ਹੋ ਕੇ ਵਾਪਸ ਗੇਟ ਦੇ ਸਹਾਰੇ ਖੜੀ ਹੋ ਗਈ। ਐਨੇ 'ਚ ਇੱਕ ਦੂਜਾ ਆਟੋ ਰਿਕਸ਼ਾ ਸਾਹਮਣੇ ਆ ਕੇ ਰੁਕਿਆ। ਅਚਾਨਕ ਮਮਤਾ ਜੀ ਦੀਆਂ ਬੁੱਢੀਆਂ ਅੱਖਾਂ ਚਮਕ ਤੇ ਚਿਹਰੇ ਤੇ ਮੁਸਕਾਨ ਆ ਗਈ ਤੇ ਤੁਰੰਤ ਆਪਣੇ ਗੋਡਿਆਂ ਦੇ ਦਰਦ ਨੂੰ ਭੁੱਲ ਕੇ ਤੇਜ਼ੀ ਨਾਲ ਉਸ ਆਟੋ ਰਿਕਸ਼ਾ ਵੱਲ ਵਧੀ। ਦਾਦੀ ਮਾਂ ਆਟੋ ਰਿਕਸ਼ਾ 'ਚ ਬੈਠੇ ਬੱਚਿਆਂ ਨੇ ਖੁਸ਼ੀ ਨਾਲ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਆਵਾਜ਼ ਸੁਣਦੇ ਹੀ ਮਮਤਾ ਜੀ ਦਾ ਚਿਹਰਾ ਖਿੜ ਉੱਠਿਆ। ਮੇਰੇ ਪਿਆਰੇ ਬੱਚਿਓ, ਆਉਂਦੀ ਹਾਂ। ਉਤਸ਼ਾਹ ਨਾਲ ਭਰੀ ਮਮਤਾ ਜੀ ਬੋਲਣ ਲੱਗੀ ਤੇ ਆਟੋ ਰਿਕਸ਼ਾ 'ਚ ਬੈਠੇ ਦੋਵੇਂ ਬੱਚਿਆਂ ਨਾਲ ਚਿੰਬੜ ਗਈ। ਰੋਜ਼ਾਨਾ ਵਾਂਗ ਮਮਤਾ ਦੇ ਪਿਆਰ ਦਾ ਝਰਨਾ ਵਹਿਣ ਲੱਗਿਆ। ਉਹ ਦੋਵੇਂ ਬੱਚੇ ਉਸਦੇ ਪੋਤਾ ਪੋਤੀ ਹਨ। ਇਹੀ ਸਮਾਂ ਹੁੰਦਾ ਹੈ ਜਦੋਂ ਉਹਨਾਂ ਦੀ ਦਾਦੀ ਮਾਂ ਉਹਨਾਂ ਨੂੰ ਮਿਲਦੀ ਹੈ। ਦਾਦੀ ਮਾਂ ਨੇ ਵਾਰੀ-ਵਾਰੀ ਦੋਹਾਂ ਦਾ ਮੱਥਾ ਚੁੰਮਿਆ, ਉਹਨਾਂ ਦੇ ਸਿਰ ਪਲੂਸੇ ਤੇ ਫਿਰ ਉਹਨਾਂ ਨਾਲ ਲਿਪਟ ਗਈ। ਜਦੋਂ ਤੱਕ ਇਸ ਤਰ੍ਹਾਂ 4-5 ਵਾਰ ਨਾ ਕਰ ਲੈਂਦੀ, ਉਸ ਦੇ ਦਿਲ ਨੂੰ ਸੰਤੁਸ਼ਟੀ ਨਹੀਂ ਮਿਲਦੀ ਸੀ। ਆਟੋ ਡਰਾਈਵਰ ਹਮੇਸ਼ਾ ਇਸ ਅਨੋਖੇ ਮਿਲਨ ਦਾ ਗਵਾਹ ਬਣਦਾ ਸੀ। ਦਾਦੀ ਮਾਂ ਦੀ ਮਮਤਾ ਤੇ ਬੱਚਿਆਂ ਦਾ ਆਪਣੀ ਦਾਦੀ ਲਈ ਪਿਆਰ ਦੇਖ ਕੇ ਉਹ ਜਿਵੇਂ ਪੂਰਾ ਸੁੱਖ ਪ੍ਰਾਪਤ ਕਰ ਲੈਂਦਾ ਸੀ। ਅਕਸਰ ਇਹ ਦ੍ਰਿਸ਼ ਦੇਖ ਕੇ ਉਸ ਦੀਆਂ ਅੱਖਾਂ ਭਰ ਆਉਂਦੀਆਂ ਸਨ। ਜਦੋਂ ਵੀ ਬੱਚਿਆਂ ਦੀ ਸਕੂਲੋਂ ਛੁੱਟੀ ਹੁੰਦੀ ਸੀ ਤਾਂ ਉਹ ਆਟੋ ਰਿਕਸ਼ਾ ਲੈ ਕੇ ਇਸੇ ਰਸਤੇ 'ਚੋਂ ਆਉਂਦਾ ਸੀ ਤੇ ਦਾਦੀ ਮਾਂ ਕਦੇ ਇਹ ਅਨਮੋਲ ਪਲ ਗਵਾਉਣਾ ਨਹੀਂ ਚਾਹੁੰਦੀ ਸੀ। ਇੱਕ ਦਿਨ ਬੱਚਿਆਂ ਨੂੰ ਚੁੰਮਦੇ ਹੋਏ ਦਾਦੀ ਮਾਂ ਦਾ ਧਿਆਨ ਆਟੋ ਡਰਾਈਵਰ ਵੱਲ ਗਿਆ, ਜੋ ਉਸਨੂੰ ਪੋਤਾ ਪੋਤੀ ਦੇ ਪਿਆਰ ਲੁਟਾਉਂਦੇ ਦੇਖ ਰਿਹਾ ਸੀ। ਮਮਤਾ ਜੀ ਡਰਾਈਵਰ ਤੋਂ ਪੁੱਛ ਬੈਠੀ ਕਿ ਭਾਈ, ਤੂੰ ਕਦੇ ਆਪਣਾ ਨਾਂ ਨਹੀਂ ਦੱਸਿਆ। ਡਰਾਈਵਰ ਨੇ ਕਿਹਾ ਕਿ ਮਾਂ ਜੀ, ਮੇਰਾ ਨਾਂ ਮਹੇਸ਼ ਹੈ। ਡਰਾਈਵਰ ਨੇ ਨਾਂ ਦੱਸਿਆ ਤਾਂ ਮਮਤਾ ਜੀ ਅਚਾਨਕ ਹੈਰਾਨ ਹੋ ਗਈ। ਉਹਨਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਫਿਰ ਭਾਵੁਕ ਹੋ ਕੇ ਬੋਲੀਆਂ ਕਿ ਇਹ ਤਾਂ ਇਹਨਾਂ ਦੋਵਾਂ ਬੱਚਿਆਂ ਦੇ ਦਾਦਾ ਜੀ ਦਾ ਨਾਂ ਸੀ। ਬਹੁਤ ਰੋਹਬ ਹੁੰਦਾ ਸੀ ਉਹਨਾਂ ਦਾ, ਪਰ ਹੁਣ ਕਿੱਥੇ ਹੈ, ਚਲੇ ਗਏ ਮੈਨੂੰ ਇਕੱਲੀ ਨੂੰ ਛੱਡ ਕੇ। ਕਹਿੰਦੇ ਕਹਿੰਦੇ ਮਮਤਾ ਜੀ ਦਾ ਗਲਾ ਭਰ ਆਇਆ। ਹੁਣ ਚੱਲਦਾ ਹਾਂ ਮਾਂ ਜੀ, ਬੱਚਿਆਂ ਨੂੰ ਛੱਡਣਾ ਹੈ। ਆਟੋ ਡਰਾਈਵਰ ਕਹਿਣ ਲੱਗਿਆ, ਹਾਂ ਬੇਟਾ, ਸ਼ਾਇਦ ਪਿਛਲੇ ਜਨਮ 'ਚ ਮੈਂ ਕੋਈ ਨੇਕ ਕੰਮ ਕੀਤੇ ਹੋਣਗੇ, ਤਾਂ ਹੀ ਤਾਂ ਤੂੰ ਮਿਲ ਗਿਆ ਮੈਨੂੰ, ਜੋ ਇੰਨਾ ਧਿਆਨ ਰੱਖਦਾ ਹੈ ਮੇਰਾ। ਮਮਤਾ ਜੀ ਨੇ ਉਸਦੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਤੇ ਢੇਰ ਸਾਰੀਆਂ ਦੁਆਵਾਂ ਦੇ ਦਿੱਤੀਆਂ। ਆਟੋ ਡਰਾਈਵਰ ਨੇ ਭਿੱਜੀਆਂ ਅੱਖਾਂ ਨਾਲ ਇੱਕ ਹਲਕੀ ਜਿਹੀ ਮੁਸਕਰਾਹਟ ਦਿੱਤੀ। ਮਮਤਾ ਜੀ ਅੱਖਾਂ 'ਚ ਆਉਂਦੇ ਹੰਝੂ ਆਪਣੀ ਚੁੰਨੀ ਦੇ ਪੱਲੇ ਨਾਲ ਪੂੰਝਦੀ ਹੋਈ ਘਰ ਦੇ ਅੰਦਰ ਚਲੀ ਗਈ। ਜਿਸ ਦਿਨ ਬੱਚਿਆਂ ਦਾ ਸਕੂਲ ਬੰਦ ਰਹਿੰਦਾ ਸੀ, ਦਾਦੀ ਮਾਂ ਲਈ ਇੱਕ ਪਲ ਕੱਟਣਾ ਮੁਸ਼ਕਲ ਹੁੰਦਾ ਸੀ। ਕਦੇ-ਕਦੇ ਤਾਂ ਛੁੱਟੀ ਦੇ ਦਿਨ ਵੀ ਇੱਕ ਘੰਟਾ ਗੇਟ ਤੇ ਖੜੀ ਰਹਿੰਦੀ ਸੀ ਤੇ ਫਿਰ ਵੀ ਆਟੋ ਰਿਕਸ਼ਾ ਨਹੀਂ ਆਉਂਦੀ ਸੀ ਤਾਂ ਉਹ ਸਮਝ ਜਾਂਦੀ ਸੀ ਕਿ ਅੱਜ ਸਕੂਲ ਛੁੱਟੀ ਹੋਵੇਗੀ। ਆਟੋ ਡਰਾਈਵਰ ਹਮੇਸ਼ਾ ਇਹ ਸੋਚਦਾ ਰਹਿੰਦਾ ਕਿ ਪਤਾ ਨਹੀਂ ਵਿਚਾਰੀ ਮਾਂ ਜੀ ਦੇ ਜੀਵਨ 'ਚ ਕਿਹੋ ਜਿਹੇ ਤੂਫਾਨ ਆਏ ਹੋਣਗੇ, ਜਿਨ੍ਹਾਂ ਕਾਰਨ ਉਹ ਅਜਿਹੇ ਹਾਲਾਤ 'ਚ ਆ ਖੜੀ ਹੈ। ਜਦੋਂ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਤਾਂ ਇਹ ਸੋਚ ਕੇ ਕਿ ਕਿਤੇ ਮਾਂ ਜੀ ਬੱਚਿਆਂ ਦੀ ਉਡੀਕ ਕਰਦੀ ਗੇਟ ਤੇ ਹੀ ਨਾ ਖੜੀ ਰਹੇ, ਆਟੋ ਡਰਾਈਵਰ ਮਹੇਸ਼ ਮਮਤਾ ਜੀ ਨੂੰ ਦੱਸਣ ਆ ਗਿਆ। ਉਸ ਦਿਨ ਮਹੇਸ਼ ਨੂੰ ਜਾਣ ਦੀ ਕਾਹਲ ਨਹੀਂ ਸੀ ਤੇ ਮਮਤਾ ਜੀ ਕੋਲ ਤਾਂ ਫੁਰਸਤ ਹੀ ਫੁਰਸਤ ਸੀ ਆਪਣਾ ਹਾਲ ਚਾਲ ਦੱਸਣ ਲਈ। ਸੋ ਉਸ ਦਿਨ ਉਹਨਾਂ ਦੇ ਅੰਦਰ ਬੁਲਾਉਣ ਤੇ ਮਹੇਸ਼ ਉਹਨਾਂ ਦੇ ਘਰ ਦੇ ਅੰਦਰ ਚਲਾ ਗਿਆ ਤੇ ਘਰ ਦੇ ਛੋਟੇ ਜਿਹੇ ਵਿਹੜੇ 'ਚ ਡਹੇ ਲੱਕੜ ਦੇ ਤਖਤ ਤੇ ਬੈਠ ਗਿਆ। ਉਸ ਤਖਤ ਤੇ ਮੋਟਾ ਜਿਹਾ ਗੱਦਾ ਪਿਆ ਸੀ, ਕੋਲ ਪਾਣੀ ਨਾਲ ਭਰੀ ਤਾਂਬੇ ਦੀ ਗੜਵੀ ਰੱਖੀ ਹੋਈ ਸੀ ਤੇ 2-4 ਧਾਰਮਿਕ ਪੁਸਤਕਾਂ, ਜਿਨ੍ਹਾਂ ਨੂੰ ਸ਼ਾਇਦ ਉਹ ਇਕੱਲੇ ਬੈਠ ਕੇ ਪੜ੍ਹ ਲੈਂਦੀ ਹੋਵੇਗੀ। ਗੱਲਬਾਤ ਕਰਨ ਜਾਂ ਦਿਲ ਬਹਿਲਾਉਣ ਲਈ ਘਰ 'ਚ ਹੋਰ ਕੋਈ ਵੀ ਨਹੀਂ ਸੀ। ਉਹਨਾਂ ਕੋਲ ਕੁਝ ਦਿਨ ਬੱਚਿਆਂ ਨੂੰ ਨਹੀਂ ਮਿਲ ਸਕੇਗੀ, ਇਹ ਸੋਚ ਕੇ ਮਮਤਾ ਜੀ ਦਾ ਮਨ ਨਿਰਾਸ਼ ਤੇ ਉਦਾਸੀ ਨਾਲ ਭਰ ਗਿਆ। ਫਿਰ ਮਹੇਸ਼ ਕੋਲ ਆ ਕੇ ਤਖਤ ਤੇ ਬੈਠ ਗਈ ਤੇ ਹਾਲ ਚਾਲ ਪੁੱਛਣ ਲੱਗੀ। ਦੇਖਦੇ ਹੀ ਦੇਖਦੇ ਉਹਨਾਂ ਦੇ ਅਤੀਤ ਦੀ ਪੀੜ ਆਪਣੇ ਆਪ ਹੀ ਉਹਨਾਂ ਦੇ ਸ਼ਬਦਾਂ 'ਚ ਆ ਗਈ ਤੇ ਬੋਲਦੀ ਗਈ। ਕਦੇ ਇਸ ਘਰ 'ਚ ਬਹੂ ਬਣ ਕੇ ਆਈ ਸੀ, ਫਿਰ ਮਾਂ ਬਣੀ ਤੇ ਫਿਰ ਦਾਦੀ ਮਾਂ। ਕਦੇ ਮੈਂ ਇਸ ਹਰੇ ਭਰੇ ਘਰ ਦੀ ਜਾਨ ਹੁੰਦੀ ਸੀ, ਪਰ ਪਤੀ ਦੀ ਮੌਤ ਦੇ ਨਾਲ ਨਾਲ ਸਭ ਕੁਝ ਬਦਲਣ ਲੱਗਾ। ਮਾਨ
सम्मान ते पुरानियां यादां। ਅਜਿਹਾ ਕਹਿੰਦੇ ਕਹਿੰਦੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲਣ ਆਏ। ਮਹੇਸ਼ ਨੇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਮਾਂ ਜੀ ਪਰੇਸ਼ਾਨ ਨਾ ਹੋਵੋ, ਕਿਸਮਤ ਕਿਸ ਨੂੰ ਕੀ ਰੰਗ ਦਿਖਾਏਗੀ ਕੋਈ ਨਹੀਂ ਜਾਣਦਾ। ਇਸ ਲਈ ਕਹਿੰਦੇ ਹਨ ਕਿ ਜਿੱਥੇ ਮਾਲਕ ਰੱਖਦਾ ਹੈ ਉੱਥੇ ਰਹਿਣਾ ਚਾਹੀਦਾ ਹੈ। ਫਿਰ ਮਮਤਾ ਜੀ ਬੋਲੀ, ਕਹਿਣਾ ਤਾਂ ਬਹੁਤ ਸੌਖਾ ਹੈ ਬੇਟਾ, ਪਤਾ ਹੈ ਮੇਰਾ ਬੇਟਾ ਬਹੁਤ ਹੀ ਹੋਣਹਾਰ ਤੇ ਆਗਿਆਕਾਰੀ ਸੀ। ਮੈਂ ਹਮੇਸ਼ਾ ਕਹਿੰਦੀ ਸੀ ਕਿ ਅਜਿਹਾ ਬੇਟਾ ਤਾਂ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ। ਪੜ੍ਹੀ ਲਿਖੀ ਤੇ ਚੰਗੇ ਘਰ ਦੀ ਲੜਕੀ ਖੁਸ਼ੀ ਨੂੰ ਬਹੂ ਬਣਾ ਕੇ ਲਿਆਈ ਸੀ। ਮੈਨੂੰ ਲੱਗਿਆ ਕਿ ਜਿਵੇਂ ਮੇਰੇ ਨਸੀਬ ਨੂੰ ਚਾਰ ਚੰਦ ਲੱਗ ਗਏ ਹੋਣ। ਆਂਢ ਗੁਆਂਢ ਦੇ ਲੋਕ ਵੀ ਜਦੋਂ ਬਹੂ ਨੂੰ ਦੇਖਣ ਆਉਂਦੇ ਤਾਂ ਉਸਦੀ ਸੁੰਦਰਤਾ ਦੇਖਦੇ ਹੀ ਰਹਿ ਜਾਂਦੇ। ਮੈਂ ਮਾਣ ਨਾਲ ਕਹਿੰਦੀ ਸੀ ਕਿ ਮੇਰੀ ਬਹੂ ਤਾਂ ਖਰਾ ਸੋਨਾ ਹੈ, ਇੰਨੀ ਪੜ੍ਹੀ ਲਿਖੀ ਬਹੂ ਤਾਂ ਪੂਰੇ ਮੁਹੱਲੇ 'ਚ ਨਹੀਂ ਹੋਵੇਗੀ। ਮੈਂ ਵੀ ਬਹੁਤ ਪਿਆਰ ਦਿੱਤਾ ਆਪਣੀ ਬਹੂ ਨੂੰ। ਵਿਆਹ ਤੋਂ ਬਾਅਦ ਬੇਟੇ ਨੂੰ ਵੀ ਨੌਕਰੀ 'ਚ ਤਰੱਕੀ ਮਿਲ ਗਈ, ਵਾਧੂ ਤਨਖਾਹ ਲੈਣ ਲੱਗਿਆ ਤਾਂ ਇੱਕ ਚੰਗੀ ਕਲੋਨੀ 'ਚ ਵਧੀਆ ਜਿਹਾ ਫਲੈਟ ਖਰੀਦ ਲਿਆ। ਮੈਂ ਵੀ ਬਹੁਤ ਚਾਅ ਨਾਲ ਚੱਲ ਪਈ ਬੇਟੇ ਤੇ ਬਹੂ ਨਾਲ। ਕੁਝ ਸਮੇਂ ਤੱਕ ਤਾਂ ਸਭ ਕੁਝ ਚੰਗਾ ਸੀ, ਪਰ ਫਿਰ ਅਚਾਨਕ ਪਾਸਾ ਪਲਟਣ ਲੱਗਿਆ। ਚੰਨ ਵਰਗੀ ਬਹੂ ਕਦੋਂ ਜਵਾਲਾਮੁਖੀ 'ਚ ਬਦਲ ਗਈ ਪਤਾ ਹੀ ਨਹੀਂ ਲੱਗਿਆ ਤੇ ਬੇਟਾ ਵੀ ਛੋਟੀ ਛੋਟੀ ਗੱਲ ਤੇ ਝਿੜਕਣ ਲੱਗਿਆ। ਪਰ ਅੱਜ ਤੱਕ ਮੈਨੂੰ ਪਤਾ ਨਹੀਂ ਲੱਗਿਆ ਕਿ ਆਖਰ ਮੇਰੀ ਗਲਤੀ ਕੀ ਸੀ। ਘਰ ਦੀ ਮੁਖੀਆ ਹੋਣ ਦੇ ਨਾਤੇ ਮੈਂ ਬਸ ਇਹੀ ਚਾਹੁੰਦੀ ਸੀ ਕਿ ਮੇਰੇ ਬੱਚੇ ਮੇਰੇ ਅਨੁਭਵ ਤੋਂ ਕੁਝ ਸਿੱਖਿਆ ਲੈਣ, ਪਰ ਮੇਰਾ ਤਾਂ ਕਿਸੇ ਵੀ ਗੱਲ 'ਚ ਬੋਲਣਾ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਉਹ ਸਿਰਫ ਇਹੀ ਚਾਹੁੰਦੇ ਸਨ ਕਿ ਮੈਂ ਚੁੱਪ ਕਰਕੇ ਦੋ ਰੋਟੀਆਂ ਖਾ ਲਵਾਂ, ਪਰ ਕਿਸੇ ਗੱਲ 'ਤੇ ਆਪਣੀ ਰਾਏ ਨਾ ਦੇਵਾਂ। ਬਹੂ ਆਏ ਦਿਨ ਪਾਰਟੀਆਂ 'ਚ ਜਾਂਦੀ ਰਹਿੰਦੀ ਸੀ। ਇੱਕ ਦਿਨ ਹੱਦ ਤਾਂ ਉਦੋਂ ਹੋ ਗਈ ਜਦੋਂ ਰਾਤ ਦੇ 11 ਵਜੇ ਤੱਕ ਵੀ ਬਹੂ ਆਪਣੀ ਕਿੱਟੀ ਪਾਰਟੀ ਤੋਂ ਵਾਪਸ ਨਾ ਆਈ। ਬਰਾਂਡੇ 'ਚ ਖੜਾ ਮੇਰਾ ਬੇਟਾ ਵੀ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ ਤੇ ਉਸਦੇ ਚਿਹਰੇ 'ਤੇ ਬੇਚੈਨੀ ਸੀ। ਉਸ ਸਮੇਂ ਸਕੂਟਰੀ ਦਾ ਹਾਲ ਸੁਣਾਈ ਦਿੱਤਾ। ਜਦੋਂ ਖੁਸ਼ੀ ਨੂੰ ਘਰ ਦੇ ਗੇਟ ਦੇ ਬਾਹਰ ਦੇਖਿਆ ਤਾਂ ਜਾਨ 'ਚ ਜਾਨ ਆਈ ਸੀ ਸਾਡੇ ਦੋਵਾਂ ਮਾਂ ਪੁੱਤਾਂ ਦੇ। ਬਹੂ ਘਰ ਦੇ ਅੰਦਰ ਆਈ ਤਾਂ ਮੈਥੋਂ ਰਿਹਾ ਨਾ ਗਿਆ ਤੇ ਮੈਂ ਬਹੂ ਨੂੰ ਟੋਕ ਦਿੱਤਾ ਕਿ ਇੰਨੀ ਰਾਤ ਤੱਕ ਬਾਹਰ ਰਹਿਣਾ ਚੰਗੀ ਗੱਲ ਨਹੀਂ ਹੈ। ਚੰਗੇ ਘਰ ਦੀ ਬਹੂ ਨੂੰ ਇਹ ਸ਼ੋਭਾ ਨਹੀਂ ਦਿੰਦਾ। ਤੇ ਫਿਰ ਜ਼ਮਾਨੇ ਦਾ ਹਾਲ ਤਾਂ ਤੁਸੀਂ ਜਾਣਦੇ ਹੀ ਹੋ। ਮੇਰਾ ਇੰਨਾ ਕਹਿਣ ਦੀ ਦੇਰ ਸੀ ਕਿ ਖੁਸ਼ੀ ਨੇ ਤੂਫਾਨ ਖੜਾ ਕਰ ਦਿੱਤਾ। ਜੋ ਉਸਨੇ ਮੈਨੂੰ ਕਿਹਾ ਮੈਂ ਦੱਸ ਨਹੀਂ ਸਕਦੀ। ਬਹੂ ਰੁੱਸ ਕੇ ਆਪਣੇ ਕਮਰੇ ਚਲੀ ਗਈ ਤੇ ਇਸ ਤੋਂ ਬਾਅਦ ਮੇਰਾ ਆਪਣਾ ਬੇਟਾ ਵਿਨੇ ਵੀ ਉਸ ਨੂੰ ਸਮਝਾਉਣ ਦੀ ਥਾਂ ਮੈਨੂੰ ਹੀ ਬੋਲਣ ਲੱਗਿਆ। ਪਰ ਮੈਨੂੰ ਸਮਝ ਨਾ ਆਇਆ ਕਿ ਮੈਂ ਕਿੱਥੇ ਗਲਤ ਸੀ। ਬਹੂ ਤਾਂ ਮੇਰੇ ਘਰ ਦੀ ਇੱਜ਼ਤ ਸੀ ਨਾ, ਉਸ ਨੂੰ ਇਸ ਤਰ੍ਹਾਂ ਸੜਕ 'ਤੇ ਨਹੀਂ ਆਉਣ ਦੇਣਾ ਚਾਹੁੰਦੀ ਸੀ। ਉਸ ਰਾਤ ਦੋਵਾਂ ਨੇ ਖਾਣਾ ਨਹੀਂ ਖਾਧਾ। ਕਈ ਦਿਨਾਂ ਤੱਕ ਉਹ ਦੋਵੇਂ ਮੇਰੇ ਵਿਵਹਾਰ ਕਰਕੇ ਉਖੜੇ ਰਹੇ। ਵਿਨੇ ਤਾਂ ਹਮੇਸ਼ਾ ਬਹੂ ਦਾ ਹੀ ਪੱਖ ਲੈਂਦਾ ਸੀ, ਪਰ ਇਹ ਕਦੇ ਨਹੀਂ ਸੋਚਦਾ ਸੀ ਕਿ ਕੋਈ ਮਾਂ ਆਪਣੇ ਬੱਚਿਆਂ ਦਾ ਬੁਰਾ ਚਾਹੇਗੀ। ਬੇਟੇ ਤੇ ਬਹੂ ਦੇ ਅਜਿਹੇ ਵਤੀਰੇ ਤੋਂ ਮੈਂ ਪਰੇਸ਼ਾਨ ਹੋ ਚੁੱਕੀ ਸੀ। ਇਸ ਲਈ ਸਮਾਂ ਬਤੀਤ ਕਰਨ ਲਈ ਘਰੇ ਰਹਿ ਕੇ ਅਚਾਰ ਬਣਾਉਣ ਦਾ ਕੰਮ ਕਰਨ ਲੱਗੀ। 4 ਪੈਸੇ ਵੀ ਹੱਥ 'ਚ ਆ ਜਾਂਦੇ ਸਨ, ਪਰ ਬਹੂ ਨੂੰ ਉਹ ਵੀ ਮਨਜ਼ੂਰ ਨਹੀਂ ਸੀ। ਹਮੇਸ਼ਾ ਰੌਲਾ ਪਾਉਂਦੀ ਰਹਿੰਦੀ ਕਿ ਮਾਂ ਜੀ ਪੂਰੇ ਘਰ 'ਚ ਤੁਸੀਂ ਅਚਾਰ ਦੀ ਬਦਬੂ ਫੈਲਾ ਰੱਖੀ ਹੈ। ਸਾਰਾ ਦਿਨ ਕੋਈ ਨਾ ਕੋਈ ਅਚਾਰ ਲੈਣ ਆਇਆ ਹੀ ਰਹਿੰਦਾ ਹੈ। ਇਹ ਮੇਰਾ ਘਰ ਹੈ, ਕੋਈ ਅਚਾਰ ਦੀ ਦੁਕਾਨ ਨਹੀਂ। ਬੰਦ ਕਰੋ ਹੁਣ ਇਹ ਤਮਾਸ਼ਾ। ਬਹੂ ਨੂੰ ਮੇਰਾ ਇੱਕ ਕੰਮ ਪਸੰਦ ਨਹੀਂ ਸੀ ਤਾਂ ਬੇਟੇ ਨੇ ਵੀ ਮੇਰੇ ਅਚਾਰ ਬਣਾਉਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ। ਹੌਲੀ ਹੌਲੀ ਸਮਾਂ ਬੀਤਿਆ ਤੇ ਬਹੂ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਇੱਕ ਬੇਟਾ ਤੇ ਇੱਕ ਬੇਟੀ। ਦਾਦੀ ਬਣ ਜਾਣ 'ਤੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਜਿਉਣ ਦੀ ਇੱਕ ਆਸ ਜਾਗੀ, ਪਰ ਪਤਾ ਨਹੀਂ ਕਿਉਂ ਬਹੂ ਆਪਣੇ ਬੱਚਿਆਂ ਨੂੰ ਮੇਰੇ ਹੱਥ ਨਹੀਂ ਦੇਣਾ ਚਾਹੁੰਦੀ ਸੀ। ਮੈਂ ਜਦੋਂ ਵੀ ਉਹਨਾਂ ਨਾਲ ਲਾਡ ਕਰਦੀ ਤਾਂ ਉਸਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਜਾਂਦੇ। ਜਿਵੇਂ ਜਿਵੇਂ ਪੋਤਾ ਪੋਤੀ ਵੱਡੇ ਹੁੰਦੇ ਜਾ ਰਹੇ ਸਨ, ਉਹਨਾਂ ਦਾ ਮੇਰੇ ਨਾਲ ਲਗਾਵ ਵੱਧਦਾ ਜਾ ਰਿਹਾ ਸੀ। ਦੋਵੇਂ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ। ਸਾਰਾ ਦਿਨ ਦਾਦੀ ਦਾਦੀ ਕਹਿੰਦੇ ਰਹਿੰਦੇ ਸਨ, ਪਰ ਬਹੂ ਨੂੰ ਇਹ ਪਸੰਦ ਨਹੀਂ ਸੀ। ਇੱਕ ਦਿਨ ਉਸਨੇ ਘਰ 'ਚ ਹੰਗਾਮਾ ਖੜਾ ਕਰ ਦਿੱਤਾ ਤੇ ਵਿਨੇ ਨੂੰ ਕਿਹਾ ਕਿ ਸਿਰਫ ਤੇਰੀ ਮਾਂ ਕਰਕੇ ਮੇਰਾ ਬੇਟਾ ਮੇਰੇ ਨਾਲ ਜ਼ੁਬਾਨ ਲੜਾਉਣ ਲੱਗਿਆ ਹੈ ਤੇ ਬੇਟੀ ਵੀ ਪੜ੍ਹਾਈ ਵੱਲ ਦੇਖਦੀ ਤੱਕ ਨਹੀਂ ਹੈ। ਮੈਂ ਕਹਿ ਰਹੀ ਹਾਂ ਕਿ ਸਿਰਫ ਤੁਹਾਡੀ ਮਾਂ ਹੀ ਹੈ ਜੋ ਸਾਡੇ ਬੱਚਿਆਂ ਨੂੰ ਵਿਗਾੜ ਰਹੀ ਹੈ। ਬਹੂ ਦੀਆਂ ਗੱਲਾਂ ਸੁਣ ਕੇ ਮੇਰਾ ਆਪਣਾ ਬੇਟਾ ਕਿਵੇਂ ਭੜਕ ਪਿਆ ਸੀ ਮੇਰੇ ਤੇ। ਆਏ ਦਿਨ ਬਹੂ ਗੱਲ ਗੱਲ 'ਤੇ ਮੇਰਾ ਅਪਮਾਨ ਕਰਦੀ ਰਹਿੰਦੀ ਤੇ ਵਿਨੇ ਵੀ ਚੁੱਪ ਰਹਿੰਦਾ ਸੀ। ਫਿਰ ਵੀ ਜਿਵੇਂ ਤਿਵੇਂ ਮੈਂ ਉਹਨਾਂ ਨਾਲ ਰਹਿ ਰਹੀ ਸੀ। ਇੱਕ ਦਿਨ ਜਦੋਂ ਮੈਂ
ਬਾਥਰੂਮ ਸਿਲ ਕੇ ਡਿੱਗ ਗਈ ਤਾਂ ਲੱਤ 'ਤੇ ਸੱਟ ਵੱਜੀ। ਢੰਗ ਨਾਲ ਚੱਲਿਆ ਵੀ ਨਹੀਂ ਜਾਂਦਾ ਸੀ ਤਾਂ 2-4 ਦਿਨ ਮੰਦਰ ਵੀ ਨਹੀਂ ਆਈ। ਇਹ ਗੱਲ ਵੀ ਬਹੂ ਨੂੰ ਬਰਦਾਸ਼ਤ ਨਹੀਂ ਹੁੰਦੀ ਸੀ। ਇੱਕ ਦਿਨ ਉਸ ਨੂੰ ਫੋਨ 'ਤੇ ਕਹਿੰਦੇ ਹੋਏ ਸੁਣਿਆ ਕਿ ਆਪਣੀ ਮਨਹੂਸ ਸ਼ਕਲ ਲੈ ਕੇ ਘਰੇ ਹੀ ਬੈਠੀ ਰਹਿੰਦੀ ਹੈ। ਪਹਿਲਾਂ ਘੱਟੋ ਘੱਟ ਮੰਦਰ ਤਾਂ ਚਲੀ ਜਾਂਦੀ ਸੀ, ਘਰ ਬੈਠੇ ਬੈਠੇ ਤਾਂ ਇਸ ਦੀਆਂ ਨਜ਼ਰਾਂ ਬੱਚਿਆਂ ਦੇ ਖਾਣੇ 'ਤੇ ਹੀ ਅੱਡੀਆਂ ਰਹਿੰਦੀਆਂ ਹਨ। ਇਸ ਦਾ ਕੋਈ ਦੂਜਾ ਇੰਤਜ਼ਾਮ ਕਰਨਾ ਹੀ ਪਵੇਗਾ। ਬਹੂ ਦੇ ਮੂੰਹ ਇਹ ਗੱਲਾਂ ਸੁਣ ਕੇ ਮੈਂ ਸੁੰਨ ਹੋ ਗਈ ਸੀ। ਭਲਾ ਮੈਂ ਆਪਣੇ ਪਿਆਰੇ ਬੱਚਿਆਂ ਦੇ ਖਾਣੇ ਨੂੰ ਨਜ਼ਰ ਕਿਉਂ ਲਗਾਵਾਂਗੀ ਤੇ ਬਹੂ ਦੂਜਾ ਇੰਤਜ਼ਾਮ ਕਰਨ ਦੀ ਗੱਲ ਕਰ ਰਹੀ ਸੀ। ਇਸ ਗੱਲ ਦਾ ਕੀ ਮਤਲਬ ਹੋ ਸਕਦਾ ਹੈ? ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਦਿਨ ਵਿਨੇ ਨੇ ਮੈਨੂੰ ਅਜਿਹਾ ਜ਼ਖਮ ਦਿੱਤਾ ਜਿਸ ਨੂੰ ਸੁਣ ਕੇ ਮੈਂ ਤੜਫ ਗਈ ਸੀ। ਉਹ ਸੀ ਬਿਰਧ ਆਸ਼ਰਮ 'ਚ ਰਹਿਣ ਦਾ ਸੁਝਾਅ। ਮੈਨੂੰ ਕਹਿਣ ਲੱਗਿਆ ਕਿ ਮਾਂ, ਤੈਨੂੰ ਨਾ ਤਾਂ ਆਰਾਮ ਹੈ ਨਾ ਹੀ ਮਨ ਦੀ ਸ਼ਾਂਤੀ। ਮੈਂ ਚਾਹੁੰਦਾ ਹਾਂ ਕਿ ਤੂੰ ਬਿਰਧ ਆਸ਼ਰਮ 'ਚ ਸੁੱਖ ਸ਼ਾਂਤੀ ਨਾਲ ਰਹੇ। ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਸਨ। ਮੈਂ ਸੋਚਣ ਲੱਗੀ ਕਿ ਅੱਜ ਤੱਕ ਮੈਂ ਜਿਸ ਨੂੰ ਆਪਣਾ ਬੇਟਾ ਆਖ ਰਹੀ ਸੀ ਉਹ ਮੇਰਾ ਕਦੇ ਸੀ ਹੀ ਨਹੀਂ। ਆਪਣੇ ਪਨ ਦੀਆਂ ਮੋਟੀਆਂ ਤਾਹਾਂ ਮੇਰੀਆਂ ਅੱਖਾਂ ਤੋਂ ਉਤਰਨ ਲੱਗੀਆਂ ਸਨ। ਮੈਂ ਦੁੱਖ ਤੇ ਬੇਵਸੀ ਨਾਲ ਉੱਚੀ ਉੱਚੀ ਰੋ ਪਈ। ਬੇਟਾ, ਇਹ ਸਿਰਫ ਮੈਂ ਹੀ ਜਾਣਦੀ ਹਾਂ ਕਿ ਮੈਂ ਖੁਦ ਨੂੰ ਕਿਵੇਂ ਸੰਭਾਲਿਆ, ਪਰ ਬਿਰਧ ਆਸ਼ਰਮ 'ਚ ਦੂਜਿਆਂ 'ਤੇ ਨਿਰਭਰ ਰਹਿਣਾ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਸੋ ਮੈਂ ਆਪਣੇ ਸੰਦੂਕ 'ਚ ਕੱਪੜੇ ਰੱਖੇ ਤੇ ਭਰੇ ਮਨ ਤੇ ਭਰੀਆਂ ਅੱਖਾਂ ਨਾਲ ਆਪਣੇ ਇਸ ਘਰ 'ਚ ਵਾਪਸ ਆ ਗਈ। ਇਕੱਲੀ ਹਾਂ ਤਾਂ ਕੀ ਹੋਇਆ, ਇੱਜ਼ਤ ਨਾਲ ਜਿਉਂ ਹੀ ਰਹੀ ਹਾਂ। ਬਸ ਮੇਰੀ ਜਾਨ ਵਸੀ ਹੈ ਤਾਂ ਆਪਣੇ ਪੋਤਾ ਪੋਤੀ 'ਚ। ਕਿੰਨੀਆਂ ਬੇਵਸ ਅੱਖਾਂ ਨਾਲ ਨਿਹਾਰ ਰਹੇ ਸਨ ਉਸ ਦਿਨ ਮੈਨੂੰ ਜਦੋਂ ਮੈਂ ਘਰ ਛੱਡ ਕੇ ਆਈ ਸੀ। ਮਹੀਨਿਆਂ ਤੱਕ ਆਪਣੇ ਪੋਤਾ ਪੋਤੀ ਨੂੰ ਯਾਦ ਕਰਕੇ ਮੈਂ ਮੱਛੀ ਵਾਂਗ ਤੜਫਦੀ ਰਹੀ ਸੀ। 2 ਸਾਲ ਬੀਤ ਗਏ ਹਨ ਇਸ ਗੱਲ ਨੂੰ। ਬੋਲਦੇ ਬੋਲਦੇ ਮਮਤਾ ਜੀ ਦਾ ਗਲਾ ਸੁੱਕ ਗਿਆ ਸੀ। ਪਰ ਬੇਟਾ, ਹੁਣ ਤਾਂ ਮੈਨੂੰ ਆਦਤ ਹੋ ਗਈ ਹੈ ਇਕੱਲੇ ਰਹਿਣ ਦੀ। ਇਸ ਉਮਰ 'ਚ ਬਿਮਾਰ ਹੋ ਗਈ ਤਾਂ ਮੈਨੂੰ ਕੌਣ ਦੇਖੇਗਾ, ਇਹ ਸੋਚ ਕੇ ਰੋਜ਼ਾਨਾ ਸਵੇਰੇ ਕਸਰਤ ਕਰਦੀ ਹਾਂ। ਦਿਨੇ ਗੁਆਂਢ ਦੀ ਕੋਈ ਨਾ ਕੋਈ ਔਰਤ ਆ ਜਾਂਦੀ ਹੈ, ਮੈਨੂੰ ਸਮਝਾਉਂਦੀਆਂ ਵੀ ਹਨ ਕਿ ਮੋਹ ਨੂੰ ਤਿਆਗ ਕੇ ਭਗਤੀ ਦਾ ਸਹਾਰਾ ਲੈ ਲੈ, ਇਹ ਭਵਸਾਗਰ ਪਾਰ ਕਰਾਏਗਾ। ਇਹ ਧਾਰਮਿਕ ਪੁਸਤਕਾਂ ਦੇਖ ਰਹੇ ਹੋ, ਉਹੀ ਲੋਕ ਤਾਂ ਆ ਕੇ ਦੇ ਜਾਂਦੇ ਹਨ ਮੈਨੂੰ। ਕੁਝ ਦੇਰ ਬੈਠ ਕੇ ਇਹਨਾਂ ਨੂੰ ਪੜ੍ਹ ਲੈਂਦੀ ਹਾਂ। ਸ਼ਾਮ ਨੂੰ ਥੋੜ੍ਹਾ ਸਮਾਂ ਆਸ-ਪਾਸ ਦੀਆਂ ਔਰਤਾਂ ਨਾਲ ਗੱਲਬਾਤ 'ਚ ਬੀਤ ਜਾਂਦਾ ਹੈ ਤੇ ਦੁਪਹਿਰ ਬੱਚਿਆਂ ਦੀ ਉਡੀਕ 'ਚ ਨਿਕਲ ਜਾਂਦੀ ਹੈ। ਬੋਲਦੇ ਬੋਲਦੇ ਮਮਤਾ ਜੀ ਅਚਾਨਕ ਉੱਠ ਖੜੀ ਤੇ ਮਹੇਸ਼ ਨੂੰ ਬੋਲੀ, ਤੂੰ ਇੱਥੇ ਰੁਕ, ਮੈਂ ਹੁਣੇ ਆਉਂਦੀ ਹਾਂ। ਥੋੜ੍ਹੀ ਦੇਰ 'ਚ 2 ਥਾਲੀਆਂ 'ਚ ਅਚਾਰ ਦੇ ਨਾਲ ਰੋਟੀ ਪਾ ਕੇ ਲੈ ਆਈ। ਬੇਟਾ, ਖਾਣੇ ਦਾ ਸਮਾਂ ਹੋ ਗਿਆ ਸੀ ਤਾਂ ਸੋਚਿਆ ਤੈਨੂੰ ਵੀ ਭੁੱਖ ਲੱਗੀ ਹੋਵੇਗੀ ਤੇ ਉਂਝ ਵੀ ਇੰਨਾ ਸਮਾਂ ਹੋ ਗਿਆ ਕਿਸੇ ਨਾਲ ਬੈਠ ਕੇ ਖਾਣਾ ਖਾਧੇ ਨੂੰ। ਮਮਤਾ ਜੀ ਇੰਨੇ ਮਨ ਨਾਲ ਰੋਟੀ ਬਣਾ ਕੇ ਲਿਆਈ ਸੀ ਕਿ ਮਹੇਸ਼ ਉਹਨਾਂ ਨੂੰ ਨਾ ਕਰ ਸਕਿਆ ਤੇ ਬਹੁਤ ਹੀ ਚਾਅ ਨਾਲ ਉਹਨਾਂ ਨਾਲ ਖਾਣਾ ਖਾਣ ਬੈਠ ਗਿਆ। ਪਹਿਲੀ ਬੁਰਕੀ ਖਾਂਦੇ ਹੀ ਬੋਲਿਆ, ਵਾਹ ਮਾਂ ਜੀ, ਇਹ ਅਚਾਰ ਤਾਂ ਬਹੁਤ ਸਵਾਦ ਹੈ। ਇਸ ਤੇ ਮਮਤਾ ਜੀ ਹੱਸਦੇ ਹੋਏ ਬੋਲੀ, ਅਚਾਰ ਤਾਂ ਮੈਂ ਘਰੇ ਹੀ ਬਣਾਉਂਦੀ ਹਾਂ। ਹੁਣ ਇਕੱਲੀ ਜਾਣ ਹਾਂ, ਹਰ ਸਮੇਂ ਆਪਣੇ ਲਈ ਸਬਜ਼ੀ ਨਹੀਂ ਬਣਾਈ ਜਾਂਦੀ ਮੈਥੋਂ, ਤਾਂ ਅਚਾਰ ਨਾਲ ਹੀ ਰੋਟੀ ਖਾ ਲੈਂਦੀ ਹਾਂ। ਆਂਢ ਗੁਆਂਢ ਦੀਆਂ ਔਰਤਾਂ ਵੀ ਮੈਥੋਂ ਅਚਾਰ ਬਣਵਾ ਲੈਂਦੀਆਂ ਹਨ। ਹੁਣ ਇਸ ਉਮਰ 'ਚ ਪੈਸਾ ਕਿੱਥੋਂ ਲਿਆਵਾਂ? ਅਚਾਰ ਬਣਾ ਕੇ ਜੋ ਥੋੜ੍ਹਾ ਬਹੁਤ ਪੈਸਾ ਮਿਲਦਾ ਹੈ ਉਸੇ ਨਾਲ ਗੁਜ਼ਾਰਾ ਕਰ ਲੈਂਦੀ ਹਾਂ। ਇੰਨੇ ਸਮੇਂ ਬਾਅਦ ਮਾਂ ਦੇ ਖਾਣੇ ਦਾ ਸਵਾਦ ਪਾ ਕੇ ਮਹੇਸ਼ ਅੰਦਰ ਤੱਕ ਤ੍ਰਿਪਤ ਹੋ ਗਿਆ ਸੀ। ਮਮਤਾ ਜੀ ਦਾ ਸ਼ੁਕਰੀਆ ਅਦਾ ਕਰਕੇ ਜਦੋਂ ਜਾਣ ਲੱਗਿਆ ਤਾਂ ਉਹ ਤੁਰੰਤ ਅੰਦਰ ਜਾ ਕੇ ਇੱਕ ਡੱਬਾ ਅਚਾਰ ਦਾ ਭਰ ਕੇ ਲੈ ਆਈ। ਤੈਨੂੰ ਅਚਾਰ ਇੰਨਾ ਪਸੰਦ ਆਇਆ ਹੈ ਤਾਂ ਥੋੜ੍ਹਾ ਜਿਹਾ ਲੈ ਕੇ ਜਾ, ਮੇਰੇ ਮਨ ਨੂੰ ਸੰਤੁਸ਼ਟੀ ਮਿਲੇਗੀ। ਮਮਤਾ ਜੀ ਦਾ ਪਿਆਰ ਤੇ ਆਸ਼ੀਰਵਾਦ ਪਾ ਕੇ ਮਹੇਸ਼ ਦਾ ਦਿਲ ਭਰ ਆਇਆ। ਪਰ ਅੱਜ ਜਦੋਂ ਮਮਤਾ ਜੀ ਕੋਲ ਬੈਠ ਕੇ ਖਾਣਾ ਖਾਧਾ ਤਾਂ ਉਸਨੂੰ ਆਪਣੀ ਮਾਂ ਦੇ ਸਾਥ ਦਾ ਅਹਿਸਾਸ ਹੋਇਆ। ਕੁਝ ਦਿਨ ਬੀਤੇ ਤਾਂ ਮਹੇਸ਼ ਨੂੰ ਲੱਗਿਆ ਕਿ ਮਾਂ ਜੀ ਨਾਲ ਮਿਲਣਾ ਚਾਹੀਦਾ ਹੈ। ਸਵੇਰੇ ਸਵੇਰੇ ਤਿਆਰ ਹੋ ਕੇ ਸਿੱਧਾ ਮਮਤਾ ਜੀ ਦੇ ਘਰ ਪਹੁੰਚ ਗਿਆ। ਮਮਤਾ ਜੀ ਵੀ ਨਹਾ ਕੇ ਆਪਣੇ ਵਿਹੜੇ 'ਚ ਬੈਠੀ ਸੀ। ਮਹੇਸ਼ ਨੂੰ ਦੇਖ ਕੇ ਉਤਸ਼ਾਹ ਨਾਲ ਭਰ ਗਈ ਤੇ ਫਿਰ ਇੱਕਦਮ ਬੋਲੀ, ਬੱਚਿਆਂ ਦੀਆਂ ਛੁੱਟੀਆਂ ਕਦੋਂ ਤੱਕ ਹਨ ਬੇਟਾ? ਉਹਨਾਂ ਦੀ ਉਡੀਕ ਕਰਦੇ ਕਰਦੇ ਮੇਰੀਆਂ ਤਾਂ ਅੱਖਾਂ ਪੱਥਰ ਹੋ ਗਈਆਂ ਹਨ। ਮਾਂ ਜੀ, ਹੁਣ ਮੈਂ ਤੁਹਾਡੇ ਤੋਂ ਕੀ ਲੁਕਾਵਾਂ? ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਹੋਸਟਲ 'ਚ ਪਾ ਦਿੱਤਾ ਹੈ। ਹੁਣ ਉਹ ਉੱਥੇ ਰਹਿ ਕੇ ਪੜ੍ਹਾਈ ਕਰਨਗੇ। ਕੀ ਮੇਰੇ ਬੱਚਿਆਂ ਨੂੰ ਮੇਥੋਂ ਦੂਰ ਕਰ ਦਿੱਤਾ? ਇਹ ਤਾਂ ਚੰਗਾ ਨਹੀਂ ਕੀਤਾ ਉਹਨਾਂ ਦੋਵਾਂ ਨੇ। ਉਹਨਾਂ ਦਾ ਚਿਹਰਾ ਦੇਖਦੀ ਸੀ ਤਾਂ ਮੇਰੀ ਜਾਨ 'ਚ ਜਾਨ ਆ ਜਾਂਦੀ ਸੀ। ਹੁਣ ਤੂੰ ਹੀ ਦੱਸ, ਮੈਂ ਕਿਵੇਂ ਜਿਉਵਾਂਗੀ?
ਇਸ ਤੋਂ ਤਾਂ ਚੰਗਾ ਹੈ ਕਿ ਭਗਵਾਨ ਮੈਨੂੰ ਆਪਣੇ ਕੋਲ ਹੀ ਬੁਲਾ ਲਵੇ। ਮਮਤਾ ਜੀ ਉੱਚੀ ਉੱਚੀ ਰੋ ਪਈ। ਮਾਂ ਜੀ, ਦਿਲ ਛੋਟਾ ਨਾ ਕਰੋ। ਉਹਨਾਂ ਨੂੰ ਹੋਸਟਲ ਲਿਜਾਣ ਤੇ ਉੱਥੋਂ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਹੀ ਹੈ। ਹਰ ਹਫ਼ਤੇ ਜਦੋਂ ਛੁੱਟੀ ਬਿਤਾਉਣ ਲਈ ਉਹ ਘਰ ਆਉਣਗੇ ਤਾਂ ਮੈਂ ਉਹਨਾਂ ਨੂੰ ਤੁਹਾਡੇ ਨਾਲ ਮਿਲਵਾ ਦਿਆ ਕਰਾਂਗਾ। ਤੇ ਨਾਲੇ ਹਾਂ ਮਾਂ ਜੀ, ਮੈਂ ਤੁਹਾਡੇ ਤੋਂ ਗੱਲ ਪੁੱਛਣੀ ਤਾਂ ਭੁੱਲ ਹੀ ਗਿਆ। ਕੀ ਹੋਇਆ ਬੇਟਾ? ਮਾਂ ਜੀ, ਉਹ ਅਚਾਰ ਜੋ ਤੁਸੀਂ ਮੈਨੂੰ ਦਿੱਤਾ ਸੀ, ਮੇਰੀ ਪਤਨੀ ਤੇ ਬੱਚਿਆਂ ਨੂੰ ਬਹੁਤ ਪਸੰਦ ਆਇਆ। ਹੋਰ ਤਾਂ ਹੋਰ, ਉਸ ਦਿਨ ਮੇਰੇ ਘਰ ਕੁਝ ਮਹਿਮਾਨ ਆਏ ਹੋਏ ਸਨ। ਉਹ ਤਾਂ ਤੁਹਾਡੇ ਬਣਾਏ ਅਚਾਰ ਦੇ ਦੀਵਾਨੇ ਹੀ ਹੋ ਗਏ। ਉਹਨਾਂ ਦੀ ਬਹੁਤ ਵੱਡੀ ਅਚਾਰ ਦੀ ਫੈਕਟਰੀ ਹੈ। ਉਹਨਾਂ ਨੇ ਮੈਨੂੰ ਸਪੈਸ਼ਲ ਬੇਨਤੀ ਕੀਤੀ ਹੈ ਕਿ ਮੈਂ ਉਹਨਾਂ ਨੂੰ ਇੱਕ ਵਾਰ ਤੁਹਾਡੇ ਨਾਲ ਮਿਲਵਾ ਦੇਵਾਂ। ਮਹੇਸ਼ ਦੇ ਕਹਿਣ ਤੇ ਮਮਤਾ ਜੀ ਨੇ ਉਹਨਾਂ ਨਾਲ ਮਿਲਣ ਲਈ ਹਾਮੀ ਭਰ ਦਿੱਤੀ। ਸ਼ਾਮ ਨੂੰ ਇੱਕ ਵੱਡੀ ਕਾਰ ਉਹਨਾਂ ਦੇ ਘਰ ਦੇ ਬਾਹਰ ਆ ਕੇ ਰੁਕੀ। ਮਮਤਾ ਜੀ ਕੁਰਸੀ ਢਾ ਕੇ ਗੇਟ ਕੋਲ ਹੀ ਬੈਠੀ ਸੀ। ਗੱਡੀ 'ਚੋਂ ਮਹੇਸ਼, ਅਚਾਰ ਫੈਕਟਰੀ ਦਾ ਮਾਲਕ ਸੁਮਿਤ ਨਾਲ ਬਾਹਰ ਨਿਕਲਿਆ। ਉਹ ਇੱਕ ਨੌਜਵਾਨ ਕਾਰੋਬਾਰੀ ਸੀ। ਮਮਤਾ ਜੀ ਦੇ ਕੋਲ ਆ ਕੇ ਉਹਨਾਂ ਦੇ ਪੈਰੀ ਹੱਥ ਲਾਏ ਤੇ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਬੋਲਿਆ, ਮਾਂ ਜੀ, ਉਸ ਦਿਨ ਮੈਂ ਤੁਹਾਡੇ ਹੱਥ ਦਾ ਬਣਿਆ ਅਚਾਰ ਖਾਧਾ। ਸੱਚ ਦੱਸਾਂ ਤਾਂ ਮੈਂ ਬਹੁਤ ਤਰ੍ਹਾਂ ਦੇ ਅਚਾਰਾਂ ਦਾ ਸਵਾਦ ਲਿਆ, ਪਰ ਅਜਿਹਾ ਸਵਾਦ ਕਿਤੇ ਨਹੀਂ ਮਿਲਿਆ। ਮਾਂ ਜੀ, ਅਸਲ 'ਚ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਲਈ ਕੰਮ ਕਰਨਾ ਪਸੰਦ ਕਰੋਗੇ? ਇਹ ਗੱਲ ਸੁਣ ਕੇ ਮਮਤਾ ਜੀ ਕੁਝ ਹੈਰਾਨ ਹੋਈ ਤੇ ਫਿਰ ਚਿਹਰੇ ਤੇ ਝਿਜਕ ਤੇ ਬੁੱਲਾਂ ਤੇ ਹਲਕੀ ਜਿਹੀ ਮੁਸਕਰਾਹਟ ਲਿਆ ਕੇ ਬੋਲੀ, ਬੇਟਾ, ਇਹ ਤੁਸੀਂ ਕੀ ਆਖ ਰਹੇ ਹੋ? ਮੇਰੇ ਬੁੱਢੇ ਸਰੀਰ 'ਚ ਹੁਣ ਇੰਨੀ ਹਿੰਮਤ ਕਿੱਥੇ? ਫਿਰ ਉਹ ਨੌਜਵਾਨ ਬੋਲਿਆ, ਮਾਂ ਜੀ, ਤੁਹਾਡੇ ਕੋਲ ਜੋ ਤਜਰਬਾ ਹੈ, ਮੈਨੂੰ ਤਾਂ ਸਿਰਫ ਉਸ ਤਜਰਬੇ ਦੀ ਲੋੜ ਹੈ। ਮੇਰਾ ਵਿਸ਼ਵਾਸ ਕਰੋ, ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬਸ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਡੀ ਅਚਾਰ ਦੀ ਫੈਕਟਰੀ 'ਚ ਪ੍ਰੋਡਕਸ਼ਨ ਇੰਚਾਰਜ ਦਾ ਅਹੁਦਾ ਸੰਭਾਲ ਲਓ ਤੇ ਆਪਣਾ ਤਜਰਬਾ ਤੇ ਸਹਿਯੋਗ ਦੇ ਕੇ ਮੇਰੇ ਤੇ ਉਪਕਾਰ ਕਰ ਦਿਓ। ਉਹਨਾਂ ਦੀ ਗੱਲ ਸੁਣ ਕੇ ਮਮਤਾ ਜੀ ਬੋਲੀ, ਪਰ ਬੇਟਾ, ਇਸ ਉਮਰ 'ਚ ਤਾਂ ਬਾਹਰ ਨਿਕਲ ਕੇ ਕੰਮ ਕਰਨਾ ਮੇਰੇ ਲਈ ਸੰਭਵ ਨਹੀਂ ਹੋਵੇਗਾ। ਹੁਣ ਤਾਂ ਗੋਡੇ ਵੀ ਜਵਾਬ ਦੇਣ ਲੱਗੇ ਹਨ। ਮਮਤਾ ਜੀ ਦੀ ਗੱਲ ਸੁਣ ਕੇ ਨੌਜਵਾਨ ਕਾਰੋਬਾਰੀ ਉਹਨਾਂ ਦੇ ਪੈਰਾਂ 'ਚ ਬੈਠ ਗਿਆ ਤੇ ਬੋਲਿਆ ਕਿ ਮਾਂ ਜੀ, ਮੈਂ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ। ਤੁਹਾਨੂੰ ਲੈਣ ਲਈ ਹਰ ਰੋਜ਼ ਡਰਾਈਵਰ ਆਵੇਗਾ ਤੇ ਤੁਹਾਨੂੰ ਗੱਡੀ 'ਚ ਬਿਠਾ ਕੇ ਲੈ ਜਾਵੇਗਾ। ਤੁਸੀਂ ਸਿਰਫ ਆਪਣੇ ਤਜਰਬੇ ਦੇ ਆਧਾਰ ਤੇ ਅਚਾਰ ਬਣਾਉਣ ਵਾਲੀ ਟੀਮ ਨੂੰ ਨਿਰਦੇਸ਼ ਦੇਣ ਦਾ ਕੰਮ ਕਰਨਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਮਮਤਾ ਜੀ ਸੋਚਣ ਲੱਗੀ ਕਿ ਘਰ ਬੈਠੇ ਬੈਠੇ ਵੀ ਕਰ ਰਹੀ ਹਾਂ। ਸਾਰਾ ਦਿਨ ਇਕੱਲੇ ਬੈਠ ਬੈਠ ਕੇ ਮੇਰਾ ਸਮਾਂ ਕੱਟਣਾ ਮੁਸ਼ਕਲ ਹੋ ਜਾਂਦਾ ਹੈ। ਅਜੇ ਇਹ ਸਾਰੀਆਂ ਗੱਲਾਂ ਸੋਚ ਹੀ ਰਹੀ ਸੀ ਕਿ ਇੰਨੇ 'ਚ ਮਹੇਸ਼ ਬੋਲਿਆ, ਮਾਂ ਜੀ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ, ਤੁਸੀਂ ਨਿਸ਼ਚਿੰਤ ਰਹੋ। ਮਹੇਸ਼ ਦੀ ਗੱਲ ਸੁਣ ਕੇ ਮਮਤਾ ਜੀ ਨੇ ਇੱਕ ਪਿਆਰੀ ਜਿਹੀ ਮੁਸਕਰਾਹਟ ਨਾਲ ਤੁਰੰਤ ਹਾਮੀ ਭਰ ਦਿੱਤੀ ਤੇ ਅਗਲੇ ਦਿਨ ਡਰਾਈਵਰ ਉਹਨਾਂ ਨੂੰ ਲੈਣ ਆ ਗਿਆ ਤੇ ਉਹਨਾਂ ਨੇ ਆਪਣਾ ਕੰਮ ਸੰਭਾਲ ਲਿਆ। ਫੈਕਟਰੀ ਦੇ ਮਾਲਕ ਨੇ ਮਮਤਾ ਜੀ ਦੇ ਅਚਾਰ ਨੂੰ ਇੱਕ ਸਪੈਸ਼ਲ ਬ੍ਰਾਂਡ ਬਣਾਇਆ, ਜਿਸ ਦਾ ਨਾਂ ਰੱਖਿਆ ਗਿਆ ਮਮਤਾ ਭਰਿਆ ਅਚਾਰ। ਅਚਾਰ ਦੇ ਡੱਬੇ ਤੇ ਮਮਤਾ ਜੀ ਦੀ ਫੋਟੋ ਵੀ ਲਗਵਾਈ। ਮਮਤਾ ਜੀ ਦੇ ਜਾਣ ਦੇ ਕੁਝ ਦਿਨਾਂ ਦੇ ਅੰਦਰ ਹੀ ਉਹਨਾਂ ਦੀ ਫੈਕਟਰੀ ਦੀ ਵਿਕਰੀ ਦੁੱਗਣੀ ਹੋ ਗਈ। ਸ਼ਹਿਰ 'ਚ ਥਾਂ ਥਾਂ ਤੇ ਮਮਤਾ ਜੀ ਅਚਾਰ ਦੇ ਇਸ਼ਤਿਹਾਰ ਦੇ ਬੈਨਰ ਲਗਾ ਦਿੱਤੇ ਗਏ। ਇੱਕ ਬੈਨਰ ਮਹੇਸ਼ ਨੇ ਆਪਣੀ ਆਟੋ ਰਿਕਸ਼ਾ ਦੇ ਪਿੱਛੇ ਵੀ ਲਗਾਇਆ। ਮਮਤਾ ਜੀ ਦੇ ਤਜਰਬੇ ਤੇ ਲਗਨ ਨਾਲ ਉਹਨਾਂ ਦਾ ਅਚਾਰ ਦਾ ਬਿਜ਼ਨਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗਿਆ। ਹੁਣ ਮਮਤਾ ਜੀ ਨੂੰ ਢੇਰ ਸਾਰਾ ਸਨਮਾਨ ਤੇ ਸਹੂਲਤਾਂ ਦੇ ਨਾਲ ਨਾਲ ਚੰਗੀ ਤਨਖਾਹ ਵੀ ਮਿਲ ਰਹੀ ਸੀ। ਆਤਮ ਨਿਰਭਰ ਬਣਨ ਦੇ ਨਾਲ ਹੁਣ ਮਮਤਾ ਜੀ ਪਹਿਲਾਂ ਤੋਂ ਜ਼ਿਆਦਾ ਚੁਸਤ ਦਰੁਸਤ ਰਹਿਣ ਲੱਗੀ ਸੀ। ਉਹਨਾਂ ਦੇ ਚਿਹਰੇ ਤੇ ਆਤਮ ਵਿਸ਼ਵਾਸ ਭਰੀ ਚਮਕ ਆਉਣ ਲੱਗੀ ਸੀ। ਉੱਤੇ ਦੂਜੇ ਪਾਸੇ ਫੈਕਟਰੀ ਦੇ ਵਰਕਰਾਂ ਨਾਲ ਹੱਸਦੇ ਖੇਡਦੇ ਪੂਰਾ ਦਿਨ ਕਦੋਂ ਨਿਕਲ ਜਾਂਦਾ ਸੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ। ਇੱਕ ਦਿਨ ਜਦੋਂ ਮਹੇਸ਼ ਬੱਚਿਆਂ ਨੂੰ ਛੱਡਣ ਲਈ ਉਹਨਾਂ ਦੇ ਘਰ ਗਿਆ ਤਾਂ ਖੁਸ਼ੀ ਨੇ ਉਸਦੇ ਆਟੋ ਦੇ ਪਿੱਛੇ ਉਹ ਬੈਨਰ ਲੱਗਿਆ ਦੇਖਿਆ, ਜਿਸ ਤੇ ਉਹਨਾਂ ਦੀ ਸੱਸ ਦੀ ਫੋਟੋ ਵੀ ਲੱਗੀ ਸੀ। ਇਹ ਦੇਖ ਕੇ ਉਹ ਹੈਰਾਨ ਰਹਿ ਗਈ ਤੇ ਤੁਰੰਤ ਮਹੇਸ਼ ਤੋਂ ਇਸ ਬਾਰੇ ਪੁੱਛਣ ਲੱਗੀ। ਫਿਰ ਮਹੇਸ਼ ਨੇ ਉਹਨਾਂ ਨੂੰ ਮਮਤਾ ਜੀ ਦੀ ਸਫਲਤਾ ਦੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਚਾਰ ਦੀ ਫੈਕਟਰੀ 'ਚ ਕੰਮ ਮਿਲਿਆ ਤੇ ਉਹ ਉਸ ਫੈਕਟਰੀ 'ਚ ਕਿੰਨੇ ਉੱਚੇ ਅਹੁਦੇ ਤੇ ਬਿਰਾਜਮਾਨ ਹੈ। ਇਸ ਸਾਰੀਆਂ ਗੱਲਾਂ ਸੁਣ ਕੇ ਖੁਸ਼ੀ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ। ਪਿੱਛੇ ਖੜਾ ਵਿਨੇ ਵੀ ਸਾਰੀਆਂ ਗੱਲਾਂ ਸੁਣ ਰਿਹਾ ਸੀ। ਉਸ ਨੂੰ ਦੇਖ ਕੇ ਖੁਸ਼ੀ ਬੋਲੀ, ਸੁਣਿਆ ਤੁਸੀਂ?
ਜਿਸ ਨੂੰ ਬੇਕਾਰ ਸਮਝ ਕੇ ਅਸੀਂ ਬਿਰਧ ਆਸ਼ਰਮ ਭੇਜਣ ਨੂੰ ਤਿਆਰ ਸੀ, ਉਸ ਮਾਜੀ ਨੇ ਆਪਣੇ ਹੁਨਰ ਦੇ ਦਮ ਤੇ ਕਿੰਨੀ ਪ੍ਰਸਿੱਧੀ ਹਾਸਲ ਕਰ ਲਈ। ਉਸ ਦੀ ਗੱਲ ਸੁਣ ਕੇ ਵਿਨੇ ਬੋਲਿਆ, ਜੇਕਰ ਤੂੰ ਪਹਿਲਾਂ ਹੀ ਮਾਜੀ ਦੇ ਅਚਾਰ ਬਣਾਉਣ ਤੋਂ ਨਾ ਰੋਕਿਆ ਹੁੰਦਾ ਤਾਂ ਅੱਜ ਜਿੰਨਾ ਪੈਸਾ ਉਹ ਕਮਾ ਰਹੀ ਹੈ ਉਹ ਸਭ ਸਾਡਾ ਹੁੰਦਾ। ਕੁਝ ਸਮਾਂ ਬੀਤਿਆ ਤਾਂ ਇੱਕ ਦਿਨ ਮਮਤਾ ਜੀ ਕੋਲ ਖੁਸ਼ੀ ਦਾ ਫੋਨ ਆਇਆ। ਇੰਨੇ ਸਮੇਂ ਬਾਅਦ ਆਪਣੀ ਨੂੰਹ ਦਾ ਫੋਨ ਆਇਆ ਦੇਖ ਕੇ ਮਮਤਾ ਜੀ ਨੂੰ ਕੁਝ ਹੈਰਾਨੀ ਹੋਈ। ਜਦੋਂ ਫੋਨ ਸੁਣਿਆ ਤਾਂ ਉਹ ਹੈਰਾਨ ਰਹਿ ਗਈ। ਉਹਨਾਂ ਦੀ ਨੂੰਹ ਰੋ ਰੋ ਕੇ ਉਹਨਾਂ ਨੂੰ ਦੱਸ ਰਹੀ ਸੀ ਕਿ ਵਿਨੇ ਦਾ ਐਕਸੀਡੈਂਟ ਹੋ ਗਿਆ ਹੈ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਸੁਣ ਕੇ ਮਮਤਾ ਜੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਬੇਟੇ ਦੇ ਮੋਹ 'ਚੋਂ ਤੁਰੰਤ ਵਿਨੇ ਨੂੰ ਮਿਲਣ ਹਸਪਤਾਲ ਪਹੁੰਚ ਗਈ। ਹਸਪਤਾਲ ਪਹੁੰਚ ਕੇ ਜੋ ਦ੍ਰਿਸ਼ ਉਹਨਾਂ ਨੇ ਦੇਖਿਆ ਉਹ ਦਿਲ ਚੀਰ ਦੇਣ ਵਾਲਾ ਸੀ। ਉਹਨਾਂ ਦਾ ਬੇਟਾ ਵਿਨੇ ਹਸਪਤਾਲ ਦੇ ਬੈੱਡ ਤੇ ਪਿਆ ਤੜਫ ਰਿਹਾ ਸੀ। ਉਹਨਾਂ ਦੀ ਬਹੂ ਖੁਸ਼ੀ ਖੁਦ ਨੂੰ ਬੇਵਸ ਮਹਿਸੂਸ ਕਰਦੇ ਹੋਏ ਚਿੰਤਾ ਦੀ ਹਾਲਤ 'ਚ ਉਸ ਕੋਲ ਬੈਠੀ ਰੋ ਰਹੀ ਸੀ। ਜਿਵੇਂ ਹੀ ਮਮਤਾ ਜੀ ਨੂੰ ਦੇਖਿਆ ਤਾਂ ਤੁਰੰਤ ਉੱਠ ਖੜੀ ਹੋਈ ਤੇ ਉਹਨਾਂ ਦੇ ਗਲੇ ਲੱਗ ਕੇ ਰੋਣ ਲੱਗੀ। ਮਾਂ ਜੀ ਦੇਖੋ ਨਾ, ਇਹ ਸਭ ਕੀ ਹੋ ਗਿਆ? ਚਿੰਤਾ ਨਾ ਕਰ ਬਹੂ, ਸਭ ਕੁਝ ਠੀਕ ਹੋ ਜਾਵੇਗਾ। ਕਹਿੰਦੇ ਹੋਏ ਮਮਤਾ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਫਿਰ ਆਪਣੇ ਬੇਟੇ ਕੋਲ ਜਾ ਕੇ ਬੈਠ ਗਈ। ਮਮਤਾ ਜੀ ਆਪਣੇ ਬੇਟੇ ਬਹੂ ਨੂੰ ਦਿਲਾਸਾ ਦੇ ਰਹੀ ਸੀ, ਪਰ ਅੰਦਰ ਹੀ ਅੰਦਰ ਉਹਨਾਂ ਦਾ ਮਨ ਵੀ ਆਪਣੇ ਬੇਟੇ ਦੀ ਇਹ ਹਾਲਤ ਦੇਖ ਕੇ ਰੋ ਰਿਹਾ ਸੀ। ਖੁਦ ਨੂੰ ਸੰਭਾਲਦੇ ਹੋਏ ਮਮਤਾ ਜੀ ਨੇ ਪੁੱਛਿਆ ਕਿ ਡਾਕਟਰ ਨੇ ਕੀ ਕਿਹਾ ਹੈ ਬਹੂ? ਤਾਂ ਰੋਂਦੇ ਹੋਏ ਖੁਸ਼ੀ ਬੋਲੀ ਕਿ ਮਾਂ ਜੀ, ਇਹਨਾਂ ਦੇ ਚੂਲੇ ਦੀ ਹੱਡੀ ਟੁੱਟੀ ਹੈ। ਡਾਕਟਰ ਨੇ ਹਿਪ ਰਿਪਲੇਸਮੈਂਟ ਦੀ ਸਲਾਹ ਦਿੱਤੀ ਹੈ ਤੇ ਸਰੀਰ ਦੇ ਬਾਕੀ ਹਿੱਸਿਆਂ 'ਚ ਵੀ ਗੰਭੀਰ ਸੱਟਾਂ ਹਨ। ਡਾਕਟਰ ਨੇ ਲਗਭਗ 5 ਲੱਖ ਦਾ ਖਰਚ ਦੱਸਿਆ ਹੈ, ਪਰ ਬੈਂਕ 'ਚ ਰੱਖੇ ਪੈਸੇ ਤੇ ਐਫਡੀ ਨੂੰ ਮਿਲਾ ਕੇ 3 ਲੱਖ ਰੁਪਏ ਹੀ ਬਣਦੇ ਹਨ। ਬਾਕੀ ਪੈਸਿਆਂ ਦਾ ਇੰਤਜ਼ਾਮ ਕਿਵੇਂ ਹੋਵੇਗਾ? ਇਹ ਸੋਚ ਕੇ ਹੀ ਮੇਰਾ ਦਿਲ ਬੈਠ ਰਿਹਾ ਹੈ ਤੇ ਉੱਪਰੋਂ ਇਹਨਾਂ ਦੀ ਇਹ ਹਾਲਤ। ਮਮਤਾ ਜੀ ਨੇ ਸਬਰ ਤੇ ਧੀਰਜ ਤੋਂ ਕੰਮ ਲਿਆ ਤੇ ਬਹੂ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਚਿੰਤਾ ਨਾ ਕਰ ਬਹੂ, ਮੈਂ ਹਾਂ ਨਾ, ਮੈਂ ਸਭ ਸੰਭਾਲ ਲਵਾਂਗੀ, ਤੂੰ ਬਸ ਵਿਨੇ ਦਾ ਧਿਆਨ ਰੱਖ। ਮਮਤਾ ਜੀ ਨੇ ਤੁਰੰਤ ਪੈਸਿਆਂ ਦਾ ਇੰਤਜ਼ਾਮ ਕਰ ਦਿੱਤਾ ਤੇ ਵਿਨੇ ਦਾ ਆਪਰੇਸ਼ਨ ਠੀਕ ਠਾਕ ਹੋ ਗਿਆ ਤੇ ਵਿਨੇ ਕੁਝ ਹੀ ਦਿਨਾਂ ਸਹੀ ਤਰੀਕੇ ਨਾਲ ਚੱਲਣ ਲੱਗਿਆ ਸੀ। ਹੁਣ ਵਿਨੇ ਘਰ ਆ ਚੁੱਕਾ ਸੀ, ਪਰ ਉਹਨਾਂ ਨੂੰ ਹਰ ਸਮੇਂ ਇੱਕ ਹੀ ਗੱਲ ਵੜ ਕੇ ਖਾ ਰਹੀ ਸੀ ਕਿ ਉਹਨਾਂ ਦੋਵਾਂ ਨੇ ਮਾਂ ਨਾਲ ਬਿਲਕੁਲ ਸਹੀ ਨਹੀਂ ਕੀਤਾ। ਜਦੋਂ ਕਿ ਸਾਡੇ ਤੇ ਮੁਸੀਬਤ ਆਈ ਤਾਂ ਮਾਂ ਨੇ 2 ਪਲ ਨਹੀਂ ਲਾਏ ਉਹਨਾਂ ਦੀ ਮਦਦ ਕਰਨ 'ਚ। ਪਛਤਾਵੇ ਨਾਲ ਭਰਿਆ ਵਿਨੇ ਆਪਣੀ ਪਤਨੀ ਨੂੰ ਲੈ ਕੇ ਮਮਤਾ ਜੀ ਕੋਲ ਫੈਕਟਰੀ ਪਹੁੰਚਿਆ। ਅੰਦਰ ਜਾ ਕੇ ਮਮਤਾ ਜੀ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਫੈਕਟਰੀ ਦੇ ਮਾਲਕ ਨਾਲ ਵਰਕਰਾਂ ਦੀ ਮੀਟਿੰਗ ਲੈ ਰਹੀ ਹੈ। ਕੁਝ ਸਮੇਂ ਬਾਅਦ ਜਦੋਂ ਉਹ ਬਾਹਰ ਨਿਕਲੀ ਤਾਂ ਆਪਣੇ ਬੇਟੇ ਤੇ ਬਹੂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਹਨਾਂ ਨੂੰ ਆਪਣੇ ਦਫ਼ਤਰ 'ਚ ਲੈ ਗਈ। ਚਪੜਾਸੀ ਨੂੰ ਕਹਿ ਕੇ ਉਹਨਾਂ ਲਈ ਚਾਹ ਮੰਗਵਾਈ ਤੇ ਵਿਨੇ ਤੋਂ ਹਾਲ ਚਾਲ ਪੁੱਛਣ ਲੱਗੀ। ਪਰ ਆਪਣੇ ਵਤੀਰੇ ਤੋਂ ਸ਼ਰਮਿੰਦਾ ਵਿਨੇ ਤੇ ਖੁਸ਼ੀ ਕੁਝ ਬੋਲਣ ਦੀ ਹਾਲ 'ਚ ਨਹੀਂ ਸਨ ਤੇ ਦੂਜੇ ਪਾਸੇ ਆਪਣੀ ਮਾਂ ਦਾ ਅਜਿਹਾ ਰੁਤਬਾ ਦੇਖ ਕੇ ਮਨ ਹੀ ਮਨ ਵਿਨੇ ਨੂੰ ਆਪਣੇ ਕੀਤੇ ਕਰਮਾਂ ਤੇ ਪਛਤਾਵਾ ਹੋਣ ਲੱਗਿਆ। ਫਿਰ ਚੁੱਪੀ ਤੋੜਦੇ ਹੋਏ ਬੋਲਿਆ, ਮਾਂ, ਹੁਣ ਤੁਸੀਂ ਸਾਡੇ ਨਾਲ ਰਹੋਗੇ। ਅਸੀਂ ਦੋਵੇਂ ਤੁਹਾਨੂੰ ਘਰ ਲੈ ਜਾਣ ਲਈ ਆਏ ਹਾਂ। ਅਸੀਂ ਤੁਹਾਡੇ ਨਾਲ ਜੋ ਵਿਵਹਾਰ ਕੀਤਾ ਉਸ ਦੇ ਬਾਵਜੂਦ ਤੁਸੀਂ ਸਾਡੇ ਤੇ ਕਿੰਨਾ ਵੱਡਾ ਅਹਿਸਾਨ ਕੀਤਾ। ਅਸੀਂ ਬਹੁਤ ਸ਼ਰਮਿੰਦਾ ਹਾਂ ਮਾਂ। ਇਸ ਤੇ ਮਮਤਾ ਜੀ ਬੋਲੀ, ਅਹਿਸਾਨ ਤਾਂ ਤੁਸੀਂ ਮੇਰੇ ਤੇ ਕੀਤਾ ਹੈ ਬੇਟਾ, ਆਪਣੇ ਘਰੋਂ ਬਾਹਰ ਦਾ ਰਸਤਾ ਦਿਖਾ ਕੇ। ਜੇਕਰ ਤੁਸੀਂ ਮੈਨੂੰ ਘਰੋਂ ਨਾ ਕੱਢਦੇ ਤਾਂ ਮੈਂ ਅੱਜ ਵੀ ਉਹੀ ਜਿੱਲਤ ਭਰੀ ਜ਼ਿੰਦਗੀ ਜਿਉ ਰਹੀ ਹੁੰਦੀ। ਉੱਥੋਂ ਨਿਕਲ ਕੇ ਹੀ ਤਾਂ ਮੇਰੀ ਜ਼ਿੰਦਗੀ ਨੂੰ ਸਹੀ ਦਿਸ਼ਾ ਮਿਲੀ ਹੈ। ਬੇਟਾ, ਬੁੱਢੀ ਮਾਂ ਕੋਈ ਘਰ ਦਾ ਫਾਲਤੂ ਸਮਾਨ ਤਾਂ ਨਹੀਂ ਹੁੰਦੀ ਕਿ ਜਦੋਂ ਚਾਹੋ ਸੁੱਟ ਦਿੱਤਾ ਤੇ ਜਦੋਂ ਚਾਹੋ ਵਰਤੋਂ 'ਚ ਲੈ ਲਓ। ਮੇਰੇ ਆਪਣੇ ਪੋਤਾ ਪੋਤੀ ਨਾਲ ਮੇਰਾ ਹੱਸਣਾ ਬੋਲਣਾ ਤੱਕ ਵੀ ਤੁਹਾਨੂੰ ਮਨਜ਼ੂਰ ਨਹੀਂ ਸੀ। ਤੁਹਾਡੇ ਨਾਲ ਵਾਪਸ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਂ ਦੀਆਂ ਗੱਲਾਂ ਸੁਣ ਕੇ ਵਿਨੇ ਤੇ ਖੁਸ਼ੀ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ। ਉਹਨਾਂ ਨੇ ਮਾਫੀ ਮੰਗੀ, ਪਰ ਮਮਤਾ ਜੀ ਉਹਨਾਂ ਨੂੰ ਮਾਫ ਨਾ ਕਰ ਸਕੀ। ਐਨੇ 'ਚ ਫੈਕਟਰੀ ਮਾਲਕ ਸੁਮਿਤ ਆਪਣੇ ਸਟਾਫ ਨਾਲ ਇੱਕ ਵੱਡਾ ਸਾਰਾ ਕੇਕ ਲੈ ਕੇ ਦਫ਼ਤਰ 'ਚ ਹਾਜ਼ਰ ਹੋਇਆ ਤੇ ਸਾਰੇ ਉੱਚੀ ਉੱਚੀ ਕਹਿਣ ਲੱਗੇ, ਜਨਮ ਦਿਨ ਮੁਬਾਰਕ ਹੋਵੇ ਮਾਤਾ ਜੀ। ਇਹ ਦ੍ਰਿਸ਼ ਦੇਖ ਕੇ ਦੋਵੇਂ ਬੇਟਾ ਬਹੂ ਸ਼ਰਮ ਦੇ ਮਾਰੇ ਜ਼ਮੀਨ 'ਚ ਹੀ ਧੱਸੇ ਜਾ ਰਹੇ ਸਨ, ਕਿਉਂਕਿ ਉਹਨਾਂ ਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਅੱਜ ਉਹਨਾਂ ਦੀ ਮਾਂ ਦਾ ਜਨਮ ਦਿਨ ਹੈ। ਸਾਰਿਆਂ ਨੇ ਮਮਤਾ ਜੀ ਨੂੰ ਘੇਰ ਲਿਆ। ਮਮਤਾ ਜੀ ਆਪਣਾ ਜਨਮ ਦਿਨ ਮਨਾਉਣ 'ਚ ਰੁੱਝ ਗਈ। ਉਹ ਦੋਵੇਂ ਕੋਨੇ 'ਚ ਨੀਵੀਂ ਪਾਈ ਖੜੇ ਸਨ।
ਦੋਸਤੋ, ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਤੇ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਪਹਿਲੀ ਵਾਰ ਆਏ ਹੋ ਤਾਂ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ। ਧੰਨਵਾਦ।